ਸਤਿ ਸ਼੍ਰੀ ਅਕਾਲ, ਮੈਂ ਰਵਨੀਤ ਕੌਰ। ਤੁਹਾਡਾ ਸਭ ਦਾ ਸਵਾਗਤ ਹੈ ਸਾਡੇ ਖਾਸ ਪ੍ਰੋਗਰਾਮ ਬੀਟ ਡਾਇਬਟੀਜ਼ ਦੇ ਵਿੱਚ। ਡਾਇਬਟੀਜ਼ ਦੁਨੀਆ ਦੀ ਸਭ ਤੋਂ ਜ਼ਿਆਦਾ ਹੋਣ ਵਾਲੀ ਬਿਮਾਰੀ ਦੇ ਵਿੱਚੋਂ ਇੱਕ ਹੈ। ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੀ ਮੰਨੀਏ ਤਾਂ ਸਾਲ 2045 ਤੱਕ ਇੰਡੀਆ ਦੇ ਵਿੱਚ 12 ਕਰੋੜ ਤੋਂ ਜ਼ਿਆਦਾ ਲੋਕਾਂ ਨੂੰ ਡਾਇਬਟੀਜ਼ ਹੋਣ ਦੇ ਅਸਾਰ ਨੇ। ਇਸ ਬਿਮਾਰੀ ਦੇ ਮੁੱਖ ਜੋਖਮ ਖਰਾਬ ਲਾਈਫਸਟਾਈਲ, ਜੰਕ ਫੂਡ, ਹਾਰਮੋਨਲ ਇੰਬੈਲੈਂਸ ਅਤੇ ਹੈਰੀਡਿਟਰੀ ਹੈ। ਡਾਇਬਟੀਜ਼ ਦੇ ਕਈ ਲੱਛਣ ਨੇ, ਜਿਵੇਂ ਕਿ ਪਿਆਸ ਜ਼ਿਆਦਾ ਲੱਗਣਾ, ਥਕਾਨ ਮਹਿਸੂਸ ਕਰਨਾ ਤੇ ਬਾਰ-ਬਾਰ ਪਿਸ਼ਾਬ ਆਉਣਾ ਅਤੇ weight loss ਜਾਂ weight gain ਹੋਣਾ। ਕਿਵੇਂ ਮੈਨੇਜ ਕੀਤਾ ਜਾ ਸਕਦਾ ਹੈ, ਇਸ ਨੂੰ ਸਮਝਣ ਦੇ ਲਈ ਸਾਡੇ ਨਾਲ ਮੌਜੂਦ ਹੈ ਡਾਕਟਰਾਂ ਦਾ ਖਾਸ ਪੈਨਲ। ਡਾਕਟਰ ਅਤੁਲ ਸ਼ਰਮਾ, ਡਾਕਟਰ ਅਤੁਲ's ਡਾਇਬਟੀਜ਼, ਥਾਇਰਾਇਡ ਐਂਡ ਐਂਡੋਕ੍ਰਾਈਨ ਕਲੀਨਿਕ, ਆਸਕਰ ਕਲੀਨਿਕ, ਜੰਮੂ। ਡਾਕਟਰ ਚਰਨਦੀਪ ਸਿੰਘ, ਕੰਸਲਟੈਂਟ ਐਂਡੋਕ੍ਰਾਈਨੋਲੋਜਿਸਟ, ਪਟਿਆਲਾ। ਡਾਇਬਟੀਜ਼ ਦੀ ਖਾਸ ਚਰਚਾ ਕਰਨ ਦੇ ਲਈ ਤੁਹਾਡੇ ਸਾਰੇ ਡਾਕਟਰਸ ਦਾ ਬਹੁਤ-ਬਹੁਤ ਸਵਾਗਤ ਹੈ। ਡਾਕਟਰ ਚਰਨਦੀਪ, ਜਿਵੇਂ ਕਿ ਇਹ ਮਿਥ ਹੈ ਕਿ ਡਾਇਬਟੀਜ਼ ਨੂੰ ਮੈਨੇਜ ਕਰਨਾ ਕੋਈ ਰੋਜ਼ ਦਾ ਕੰਮ ਨਹੀਂ। ਲੋਕਾਂ ਦਾ ਮੰਨਣਾ ਹੈ ਕਿ ਖੰਡ ਦੇ ਕੰਜ਼ੰਪਸ਼ਨ ਤੇ ਨਜ਼ਰ ਰੱਖਣੀ ਚਾਹੀਦੀ ਹੈ, ਸਭ ਆਪਣੇ ਆਪ ਹੀ ਠੀਕ ਹੋ ਜਾਏਗਾ। ਕਿ ਰੋਜ਼ਮਰਾ ਦੇ ਉਹਨਾਂ ਚੈਲੰਜਸ ਬਾਰੇ ਤੁਸੀਂ ਦੱਸ ਸਕਦੇ ਹੋ ਜਿਨ੍ਹਾਂ ਦਾ ਡਾਇਬਟੀਜ਼ ਦੇ ਪੇਸ਼ੈਂਟ ਨੂੰ ਅਕਸਰ ਸਾਹਮਣਾ ਕਰਨਾ ਪੈਂਦਾ ਹੈ, ਅਤੇ ਕਿਵੇਂ ਸਹੀ ਤਰੀਕੇ ਦੇ ਨਾਲ ਇਸ ਨੂੰ ਕਿਉਰ ਕੀਤਾ ਜਾ ਸਕਦਾ ਹੈ? ਇਹ ਆਮ ਤੌਰ ਤੇ ਧਾਰਨਾ ਹੈ ਪੇਸ਼ੈਂਟ ਦੀ ਕਿ ਸਿਰਫ ਮਿੱਠੀਆਂ ਚੀਜ਼ਾਂ ਖਾਣ ਦੇ ਨਾਲ ਹੀ ਸ਼ੂਗਰ ਹੁੰਦੀ ਹੈ, ਜਦਕਿ ਸ਼ੂਗਰ ਦੀ ਬਿਮਾਰੀ ਦੇ ਵਿੱਚ ਬਹੁਤ ਸਾਰੇ ਫੈਕਟਰਸ ਦਾ ਰੋਲ ਹੈ, ਜਿਹਦੇ ਵਿੱਚੋਂ ਡਾਈਟ, ਉਹਦੀ ਐਕਸਰਸਾਈਜ਼, ਉਹਦਾ ਸਟ੍ਰੈਸ ਤੇ ਇਸ ਤੋਂ ਇਲਾਵਾ ਜਿਹੜੇ ਜੈਨੇਟਿਕ ਕੰਪੋਨੈਂਟ ਹੈ, ਤਾਂ ਇਹ ਸਾਰੀਆਂ ਚੀਜ਼ਾਂ ਮਿਲ ਕੇ ਕਿਸੇ ਵੀ ਇਨਸਾਨ ਨੂੰ ਸ਼ੂਗਰ ਦੀ ਬਿਮਾਰੀ ਵੱਲ ਧੱਕ ਦਿੰਦੀਆਂ ਨੇ। ਤੋ ਅਲਟੀਮੇਟਲੀ ਜਦੋਂ ਤੁਹਾਨੂੰ ਸ਼ੂਗਰ ਦੀ ਬਿਮਾਰੀ ਦਾ ਕੰਟਰੋਲ ਕਰਨਾ ਹੈ ਤਾਂ ਡਾਈਟ ਉਹਦੇ ਵਿੱਚੋਂ ਇੱਕ ਇੰਪੋਰਟੈਂਟ ਫੈਕਟਰ ਹੈ। ਸੋ ਡਾਈਟ ਦੇ ਵਿੱਚ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਫਰੂਟਸ ਖਾਣੇ ਹੈ, ਤੁਹਾਨੂੰ ਗ੍ਰੀਨ ਲੀਫੀ ਵੈਜੀਟੇਬਲਸ ਖਾਣੀਆਂ ਨੇ, ਤੁਹਾਨੂੰ ਆਪਣਾ ਪ੍ਰੋਟੀਨ ਇਨਟੇਕ ਠੀਕ ਰੱਖਣਾ ਹੈ। ਤਾਂ ਜਿਹਦੇ ਪ੍ਰੋਟੀਨ ਇਨਟੇਕ ਦਾ ਮਤਲਬ ਤੁਸੀਂ ਨੌਨ ਵੈਜ ਦੇ ਵਿੱਚੋਂ ਫਿਸ਼ ਲੈ ਸਕਦੇ ਹੋ ਜਾਂ ਫਿਰ ਦੁੱਧ ਤੋਂ ਬਣੇ ਪਦਾਰਥ ਲੈ ਸਕਦੇ ਹੋ। ਜਦਕਿ ਜਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਉਹ ਹੈ ਕਿ ਬਿਲਕੁਲ ਖਾਲਸ, ਜਿਵੇਂ ਚੀਨੀ ਵਾਲੀਆਂ ਚੀਜ਼ਾਂ ਹੈਗੀਆਂ ਨੇ, ਮਿਠਾਈਆਂ ਹੈਗੀਆਂ ਨੇ, ਉਹਨਾਂ ਨੂੰ ਤੁਹਾਨੂੰ ਅਵੋਇਡ ਕਰਨਾ ਚਾਹੀਦਾ ਉਸ ਦੌਰਾਨ। ਇਸ ਤੋਂ ਇਲਾਵਾ ਜਿਹੜੀ ਜੜ ਵਾਲੀਆਂ ਸਬਜ਼ੀਆਂ ਨੇ ਆਮ ਤੌਰ ਤੇ ਉਹਨਾਂ ਨੂੰ ਵੀ ਅਵੋਇਡ ਕਰਨਾ ਚਾਹੀਦਾ। ਸੋ ਆਪਣੀ ਜੀਵਨ ਸ਼ੈਲੀ ਦੇ ਵਿੱਚ ਓਵਰਆਲ ਤੁਹਾਨੂੰ ਇੰਪਰੂਵਮੈਂਟ ਕਰਨੀ ਪੈਂਦੀ ਹੈ, ਜਿਹਦੇ ਵਿੱਚ ਲਗਭਗ ਤੁਹਾਨੂੰ ਡੇਲੀ ਦੀ 35 ਤੋਂ 40 ਮਿੰਟ ਦੀ ਵਾਕ ਐਕਸਰਸਾਈਜ਼ ਦੇ ਤੌਰ ਦੇ ਉੱਤੇ ਕਰਨੀ ਚਾਹੀਦੀ ਹੈ। ਐਕਸਰਸਾਈਜ਼ ਕਰਨ ਦੇ ਨਾਲ ਤੁਹਾਡੀ ਬਾਡੀ ਦੇ ਵਿੱਚ ਜਿਹੜੀ ਸ਼ੂਗਰ ਦੀ ਮਾਤਰਾ ਉਹ ਘੱਟ ਕਰਨ 'ਚ ਹੈਲਪ ਹੁੰਦੀ ਹੈ, ਔਰ ਘੱਟ ਮਾਤਰਾ ਦੀ ਦਵਾਈਆਂ ਦੇ ਉੱਤੇ ਹੀ ਤੁਹਾਡੀ ਸ਼ੂਗਰ ਆਸਾਨੀ ਨਾਲ ਕੰਟਰੋਲ ਹੋ ਜਾਂਦੀ ਹੈ। ਸੋ ਓਵਰਆਲ ਜੀਵਨ ਸ਼ੈਲੀ ਦੇ ਵਿੱਚ ਬਦਲਾਵ ਕਰਕੇ ਤੁਸੀਂ ਆਪਣੀ ਸ਼ੂਗਰ ਨੂੰ ਕੰਟਰੋਲ ਰੱਖ ਸਕਦੇ ਹੋ। ਡਾਕਟਰ ਅਤੁਲ, ਕੀ ਤੁਸੀਂ ਸਾਨੂੰ ਦੱਸ ਸਕਦੇ ਹੋ ਕਿ ਡਾਇਬਟੀਜ਼ ਅਤੇ ਡਿਪਰੈਸ਼ਨ ਇਕੱਠੇ ਕਿੰਨੀ ਵੱਡੀ ਸਮੱਸਿਆ ਹੈ, ਤੇ ਨਾਲ ਹੀ ਡਾਇਬਟੀਜ਼ ਦੀ ਵਜ੍ਹਾ ਦੇ ਨਾਲ ਮੈਂਟਲ ਹੈਲਥ ਚੈलेंजेस ਨੂੰ ਠੀਕ ਰੱਖਣ ਦੇ ਲਈ ਕਿਹੜੀਆਂ स्ट्रेटजीज अपनाई जा सकती हैं? जैसे मैंने पहले भी बताया, डायबिटीज किसी भी पेशेंट के लिए एक डेवास्टेटिंग डायग्नोसिस हो सकता है और उससे काफी मेंटल स्ट्रेस में पेशेंट्स काफी लोग आ जाते हैं बहुत बार। और इसका सबसे इम्पोर्टेंट पहलू यही है कि जब भी डायबिटीज के पेशेंट किसी भी डॉक्टर के पास जाते हैं तो उनकी हमेशा हर स्टेज पे काउंसलिंग जरूर होनी चाहिए। एक ही उनको सपोर्ट सिस्टम रहना चाहिए कि डॉक्टर्स हमेशा आपके साथ, आपको कोई भी इशू है, आपको कोई भी क्वेरी है, वो आप अपने डॉक्टर से फ्रैंकली पूछ सकते हैं। मेरी तो यही कोशिश रहती है कि मैं अपने हर पेशेंट्स को एक फ्री फॉर्म दूं कि कोई भी आपकी क्वेरी है, कोई भी आपको मिसकंसेप्शन है, वो आप क्लियरली मेरे से डिस्कस कर सकते हैं। क्योंकि जब तक वो डिस्कस नहीं करेंगे, जब तक आप पेशेंट्स के अंदर की स्थिति नहीं जानेंगे कि उनके मन में क्या क्वेश्चंस पूछ रहे हैं, वो हम खाली दवाइयां देते रहेंगे पेशेंट्स को, उस चीज से फिर उनको मेंटल स्ट्रेस डेवलप होगा लेटर ऑन जाके। बिकॉज हम में से काफी लोगों ने ये देखा होगा कि डायबिटीज क्योंकि एक कॉमन बीमारी है तो इससे रिलेटेड मिसकंसेप्शन भी बहुत ज्यादा है। मिसकंसेप्शन यानी कि अगर आप आज यूट्यूब पे खोलेंगे या फेसबुक पे सर्च करेंगे डायबिटीज का नेचुरल ट्रीटमेंट कैसे किया जाए, तो आपको हजारों ऐसी बेकार की वीडियोस मिल जाएंगी जिसमें ये बताया जाएगा कि आप ये जड़ी बूटी ले लो, आपको डायबिटीज तो ठीक हो जाएगी, आप ऐसे हल्दी खाओ तो आपको डायबिटीज ठीक हो जाएगी, जबकि ऐसा नहीं है। तो ये कहीं ना कहीं हम जो पेशेंट को एजुकेट करते हैं और पेशेंट जो जनरल इंफॉर्मेशन पब्लिक से लेता है, काफी डिस्क्रिपेंसी रहती है। तो इसलिए हमेशा हर स्टेज में, हर ओपीडी विजिट में हमें पेशेंट्स को एजुकेट करना है कि डायबिटीज एक क्रोनिक बीमारी है, ये धीरे धीरे आगे जाके बढ़ेगी। हो सकता है कुछ टाइम बाद आपके जाके इंसुलिन की जरूरत पड़े, अगर हम टाइप 2 डायबिटीज की बात करते हैं। तो जहां तक टाइप 1 डायबिटीज की बात, टाइप 1 डायबिटीज क्योंकि मैक्सिमम केसेस बच्चों में पाए जाते हैं, तो इसलिए क्योंकि उनको शुरुआत से ही इंसुलिन की जरूरत पड़ती है,
तो ये काफी एक डेवास्टेटिंग चीज रहती है बच्चों के लिए भी, क्योंकि आप वो बच्चों ने स्कूल में भी जाना है, वहां पर एक स्टिग्मेटाइजेशन होती है बच्चों की कि यार उसके दोस्त यार उसको बोलते हैं कि आपको इंसुलिन चल रहा है, ये थोड़ी एबनॉर्मेलिटी है। तो बच्चों की साइकोलॉजी पे भी बहुत ज्यादा इम्पैक्ट पड़ता है टाइप 1 डायबिटीज के डायग्नोसिस का। तो एज अ फिजिशियन हम सब फिजिशियन का यही रोल होना चाहिए कि हम उन बच्चों को और उनके पेरेंट्स को हर स्टेप पे एजुकेट करें कि डायबिटीज एक ऐसी बीमारी नहीं है कि जो आपके जीवन को खत्म कर देगी या आपको हमेशा कॉम्प्लिकेशन ही देके जाएगी। अगर इसको हम सही तरह कंट्रोल करेंगे तो आप नॉर्मल लाइफ बिल्कुल आराम से जी सकते हैं। तो काउंसलिंग इज द फर्स्ट स्टेप। उसके साथ साथ हमें पेशेंट्स को ये भी एजुकेट करना चाहिए, खासकर उन पेशेंट्स को जिनका सोशियो इकोनॉमिक बैकग्राउंड इतना स्ट्रांग नहीं है, कि आजकल जैसे कि जेनरिक मेडिसिन भी अवेलेबल हैं जो कि गवर्नमेंट का बहुत ही अच्छा इनिशिएटिव है। तो डायबिटीज की कॉस्ट जो है वो एज सच काफी कम हो गई है आजकल के टाइम में। अगर आज से आप 10-15 साल पहले चले जाएं तो डायबिटीज एक बहुत ही कॉस्ट लाइफ कंज्यूमिंग डिजीज तो थी, लेकिन उसके साथ कॉस्ट कंज्यूमिंग डिजीज भी थी, जिससे कि पेशेंट्स के जो मंथली इनकम है उस पर काफी ज्यादा असर पड़ता था। लेकिन आजकल काफी स्कीम्स हैं, काफी एनजीओज भी आ गई हैं और डायबिटीज के काफी ड्रग्स का पेटेंट भी टूट गया है। इसलिए डायबिटीज के ड्रग्स की कॉस्ट काफी कम होने के कारण तो इसका इलाज भी थोड़ा बेहतर हो गया है आजकल। तो इसलिए पेशेंट्स को एजुकेट करना बहुत जरूरी है, हर स्टेप पे एजुकेशन देनी जरूरी है। और इसके साथ साथ एक्सरसाइज पे हमें फोकस करना चाहिए। अगर आप स्ट्रेस तनाव में है पेशेंट तो उसको योगा के लिए या मेडिटेशन के लिए हम एडवाइस कर सकते हैं। ਡਾਕਟਰ ਚਰਨਦੀਪ, ਮੈਡੀਕਲ ਐਕਸਪੈਂਸਿਸ ਨੂੰ ਦੇਖਦੇ ਹੋਏ ਤੁਹਾਨੂੰ ਕੀ ਲੱਗਦਾ ਹੈ ਕਿ ਡਾਇਬੀਟੀਜ਼ ਦਾ ਇਲਾਜ ਇੱਕ ਬਰਡਨ ਹੁੰਦਾ ਹੈ ਪਰਿਵਾਰ ਤੇ ਇਸ ਨੂੰ ਮੈਨੇਜ ਕਿਵੇਂ ਕੀਤਾ ਜਾ ਸਕਦਾ ਹੈ? ਹਾਲਾਂਕਿ ਰਿਐਲਿਟੀ ਦੇ ਵਿੱਚ ਡਾਇਬੀਟੀਜ਼ ਮੈਡੀਕਲ ਕੇਅਰ ਤੋਂ ਕਿਤੇ ਜ਼ਿਆਦਾ ਹੈ। ਸਕਰੀਨਿੰਗਸ, ਡਾਈਟ, ਐਕਸਰਸਾਈਜ਼ ਐਂਡ ਸਟ੍ਰੈਸ ਮੈਨੇਜਮੈਂਟ ਇਹ ਸਭ ਕਰਨਾ ਪੈਂਦਾ ਹੈ ਜੋ ਸਭ ਦੇ ਲਈ ਅਸੈਸਿਬਲ ਨਹੀਂ ਹੁੰਦਾ। ਅਜਿਹੇ ਦੇ ਵਿੱਚ ਤੁਸੀਂ ਕੀ ਐਡਵਾਈਸ ਕਰੋਗੇ? ਇਹ ਬਿਲਕੁਲ ਤੁਹਾਡੀ ਗੱਲ ਜਾਇਜ਼ ਹੈ ਕਹਿਣਾ ਕਿ ਡਾਇਬੀਟੀਜ਼ ਦਾ ਇਲਾਜ ਦਿਨੋਂ ਦਿਨ ਮਹਿੰਗਾ ਹੁੰਦਾ ਜਾ ਰਿਹਾ ਹੈ। ਅਗਰ ਤੁਸੀਂ ਦੇਖੋ ਇਸ ਇਲਾਜ ਦੇ ਵਿੱਚ ਟੈਸਟਾਂ ਦੇ ਖਰਚੇ ਹੈ, ਇਸ ਇਲਾਜ ਦੇ ਵਿੱਚ ਤੁਹਾਨੂੰ ਡੇਲੀ ਘਰ ਬਲੱਡ ਗਲੂਕੋਜ਼ ਦੀ ਮੋਨੀਟਰਿੰਗ ਕਰਨੀ ਪੈਂਦੀ ਹੈ। ਇਸ ਤੋਂ ਇਲਾਵਾ ਦਵਾਈਆਂ ਦਾ ਖਰਚਾ ਆ ਜਾਂਦਾ ਹੈ। ਔਰ ਜੋ ਇਹ ਬਿਮਾਰੀ ਪ੍ਰੋਗਰੈਸ ਕਰਦੀ ਹੈ, ਜੋ ਸਾਲ ਗੁਜ਼ਰਦੇ ਨੇ ਤਾਂ ਕਈ ਵਾਰ ਡਾਇਬੀਟੀਜ਼ ਦੇ ਕਾਰਨ ਦੂਜੇ ਅੰਗਾਂ ਦੇ ਉੱਤੇ ਕੰਪਲਿਕੇਸ਼ਨਸ ਆ ਜਾਂਦੀਆਂ, ਜਿਹਦੇ ਕਰਕੇ ਫਿਰ ਕਿਡਨੀ ਫੇਲੀਅਰ ਦਾ ਇਲਾਜ ਅਗਰ ਕਰਾਉਣਾ ਪੈ ਰਿਹਾ ਤਾਂ ਉੱਥੇ ਡਾਇਲਸਿਸ ਦੀ ਜ਼ਰੂਰਤ ਪੈ ਸਕਦੀ ਹੈ। ਹਾਰਟ ਫੇਲੀਅਰ ਲਈ ਕਾਰਡੀਓਲੋਜਿਸਟ ਦੀ ਜ਼ਰੂਰਤ ਪੈ ਸਕਦੀ ਹੈ। ਉਸੇ ਤਰੀਕੇ ਨਾਲ ਡਾਇਬੀਟੀਜ਼ 'ਚ ਸਟ੍ਰੋਕ ਦਾ ਰਿਸਕ, ਜੋ ਅਧਰੰਗ ਦਾ ਰਿਸਕ ਵੱਧ ਜਾਂਦਾ ਹੈ ਤਾਂ ਉਹਦੇ ਕਰਕੇ ਫਿਰ ਨਿਊਰੋਲੋਜਿਸਟ ਦੀ ਜ਼ਰੂਰਤ ਪੈ ਜਾਂਦੀ ਹੈ। ਤੋ ਡਾਇਬੀਟੀਜ਼ ਜਦੋਂ ਸ਼ੁਰੂਆਤੀ ਸਾਲਾਂ ਵਿੱਚ ਹੁੰਦੀ ਹੈ ਤਾਂ ਸ਼ਾਇਦ ਉਹ ਉਨਾ ਜ਼ਿਆਦਾ ਖਰਚਾ ਨਹੀਂ ਪੈਂਦਾ, ਪਰ ਡਾਇਬੀਟੀਜ਼ ਕਿਉਂਕਿ ਇੱਕ ਬਹੁਤ ਹੀ ਲਾਈਫ ਲੌਂਗ ਡਿਜ਼ੀਜ਼ ਹੈ ਜੋ ਸਾਰੀ ਜ਼ਿੰਦਗੀ ਨਾਲ ਚੱਲਦੀ ਹੈ ਔਰ ਟਾਈਮ ਦੇ ਨਾਲ ਆਪਣੀ ਨਵੀਆਂ ਕੰਪਲਿਕੇਸ਼ਨਸ ਉਜਾਗਰ ਕਰਦੀ ਰਹਿੰਦੀ ਹੈ। ਤਾਂ ਇਸ ਤਰੀਕੇ ਨਾਲ ਅਗਰ ਓਵਰਆਲ ਪੂਰਾ ਲਾਈਫ ਲੌਂਗ ਦੇਖਿਆ ਜਾਵੇ ਤਾਂ ਇਹਦਾ ਖਰਚਾ ਕਾਫੀ ਜ਼ਿਆਦਾ ਸੋਸਾਇਟੀ ਦੇ ਉੱਤੇ, ਫੈਮਿਲੀ ਦੇ ਉੱਤੇ ਤੇ ਇੰਡੀਵਿਜੂਅਲ ਦੇ ਉੱਤੇ ਬਹੁਤ ਜ਼ਿਆਦਾ ਪੈਂਦਾ। ਆਮ ਤੌਰ 'ਤੇ ਜਦੋਂ ਵੀ ਪੇਸ਼ੈਂਟਸ ਸਾਡੇ ਕੋਲ ਆਉਂਦੇ ਆ ਅਸੀਂ ਉਹਨਾਂ ਨੂੰ ਇਸ ਰਿਗਾਰਡਿੰਗ ਸ਼ੁਰੂ ਤੋਂ ਹੀ ਦੱਸਦੇ ਹਾਂ ਕਿ ਅਗਰ ਤੁਸੀਂ ਸ਼ੂਗਰਸ ਨੂੰ ਸ਼ੁਰੂ ਦੇ ਉੱਤੋਂ ਪੂਰਾ ਲਾਈਫ ਸਟਾਈਲ ਮੋਡੀਫਿਕੇਸ਼ਨ ਦੇ ਨਾਲ ਤੇ ਮੈਡੀਸਿਨ ਦੇ ਨਾਲ ਕੰਟਰੋਲ 'ਚ ਰੱਖੋਗੇ, ਕੰਪਲਿਕੇਸ਼ਨਸ ਤੋਂ ਬਚੇ ਰਹੋਗੇ, ਜੋ ਕਿ ਬਹੁਤ ਹੀ ਮੁਮਕਿਨ ਹੈ। ਅਗਰ ਤੁਸੀਂ ਇਹ ਕਰੋ ਤਾਂ ਕੰਪਲਿਕੇਸ਼ਨਸ ਤੋਂ ਬਚੇ ਰਹੋਗੇ ਤਾਂ ਇਹਦਾ ਇਲਾਜ ਫਿਰ ਵੀ ਤੁਹਾਡੀ ਪਾਕਟ 'ਤੇ ਉਨਾ ਭਾਰਾ ਨਹੀਂ ਪਏਗਾ। ਇੱਕ ਵਾਰ ਕੰਪਲਿਕੇਸ਼ਨਸ ਆ ਜਾਂਦੀਆਂ ਨੇ ਤਾਂ ਫਿਰ ਇਲਾਜ ਉਸੇ ਤਰੀਕੇ ਨਾਲ ਕਾਫੀ ਮਹਿੰਗਾ ਹੁੰਦਾ ਚਲਾ ਜਾਂਦਾ। ਤਾਂ ਪੇਸ਼ੈਂਟਸ ਨੂੰ ਆਮ ਤੌਰ 'ਤੇ ਅਸੀਂ ਸ਼ੁਰੂ 'ਚ ਹੀ ਦੱਸਦੇ ਹਾਂ ਕਿ ਤੁਸੀਂ ਹੈਲਥ ਇੰਸ਼ੋਰੈਂਸ ਜ਼ਰੂਰ ਲਓ, ਕਿਉਂਕਿ ਅੱਜ ਕੱਲ੍ਹ ਇਲਾਜ ਹਰ ਸਾਲ ਦੇ ਵਿੱਚ ਇਨਫਲੇਸ਼ਨ ਇਸ ਤਰ੍ਹਾਂ ਦੀ ਹੈ ਕਿ ਇਲਾਜ ਮਹਿੰਗਾ ਹੁੰਦਾ ਜਾਏਗਾ, ਫਿਊਚਰ 'ਚ ਵੀ ਮਹਿੰਗੇ ਹੋਣਗੇ ਇਲਾਜ। ਤਾਂ ਹੈਲਥ ਇੰਸ਼ੋਰੈਂਸ ਲੈਣਾ ਪੇਸ਼ੈਂਟ ਲਈ ਜ਼ਰੂਰੀ ਹੈ। ਫਿਰ ਆਮ ਤੌਰ 'ਤੇ ਪੇਸ਼ੈਂਟ ਕੀ ਕਰਦਾ ਕਿ ਜਦੋਂ ਸ਼ੁਰੂਆਤੀ ਦੌਰ 'ਚ ਉਹਨੂੰ ਡਾਇਬੀਟੀਜ਼ ਉਹਦੀ ਕੰਟਰੋਲ ਹੋ ਜਾਂਦੀ ਹੈ ਮੈਡੀਸਿਨ ਦੇ ਨਾਲ, ਤਾਂ ਕਈ ਵਾਰ ਪੇਸ਼ੈਂਟ ਆਪਣੇ ਆਪ ਹੀ ਮੈਡੀਸਿਨ ਕਈ ਕੁਛ ਮਹੀਨਿਆਂ ਲਈ ਜਾਂ ਸਾਲ ਲਈ ਛੱਡ ਦਿੰਦਾ ਤੇ ਡਾਕਟਰ ਕੋਲ ਜਾਣਾ ਵੀ ਛੱਡ ਦਿੰਦਾ। ਇਹ ਤੋਂ ਬਾਅਦ ਜਦੋਂ ਵਾਪਸ ਆਉਂਦਾ ਤਾਂ ਬਹੁਤ ਹਾਈ ਸ਼ੂਗਰ ਤੇ ਹੁੰਦਾ। ਪਹਿਲਾਂ ਵਾਲੀ ਮੈਡੀਸਿਨ ਨਾਲ ਹੁਣ ਸ਼ੂਗਰ ਕਾਬੂ ਨਹੀਂ ਹੋ ਪਾਉਂਦੀ, ਤਾਂ ਪਹਿਲਾਂ ਨਾਲੋਂ ਜ਼ਿਆਦਾ ਮਹਿੰਗੀਆਂ ਤੇ ਜ਼ਿਆਦਾ ਸਟਰੋਂਗ ਦਵਾਈਆਂ ਸਾਨੂੰ ਲਿਖਣੀਆਂ ਪੈਂਦੀਆਂ ਨੇ। ਇਲਾਜ ਦਾ ਖਰਚਾ ਫਿਰ ਟਾਈਮ ਦੇ ਨਾਲ ਵੱਧਦਾ ਚਲਾ ਜਾਂਦਾ। ਸੋ ਇਹਦਾ ਇਹੀ ਸਭ ਤੋਂ ਬੈਸਟ ਹੋਏਗਾ ਮੈਥਡ ਇਹਨੂੰ ਕੰਟਰੋਲ ਕਰਨ ਦਾ, ਇਸ ਨੂੰ ਕਿ ਸਭ ਤੋਂ ਪਹਿਲਾਂ ਤਾਂ ਜਲਦੀ ਤੋਂ ਜਲਦੀ ਬਿਮਾਰੀ ਆਪਾਂ ਪਕੜ ਲਈਏ, ਉਸ ਤੋਂ ਬਾਅਦ ਉਹਦਾ ਇਲਾਜ ਸ਼ੁਰੂ ਕਰੋ। ਔਰ ਇਲਾਜ ਦੇ ਵਿੱਚ ਤੁਸੀਂ ਆਪਣਾ ਲਾਈਫ ਸਟਾਈਲ, ਜੋ ਕਿ ਸਭ ਤੋਂ ਸਸਤਾ ਮੈਥਡ ਕੀ ਹੈ ਆਪਣਾ ਸ਼ੂਗਰ ਕੰਟਰੋਲ ਕਰਨ ਦਾ, ਕਿ ਤੁਸੀਂ ਐਕਸਰਸਾਈਜ਼ ਕਰੋ, ਉਹਦੇ ਵਿੱਚ ਕੋਈ ਜ਼ਿਆਦਾ ਖਰਚਾ ਨਹੀਂ ਹੈ, ਤੁਸੀਂ ਵਾਕ ਹੀ ਕਰਨੀ ਹੈ। ਉਸੇ ਤਰੀਕੇ ਨਾਲ ਤੁਸੀਂ ਇੱਕ ਹੈਲਦੀ ਡਾਈਟ ਲੈਣੀ ਹੈ, ਉਹ ਵੀ ਆਪਾਂ ਪ੍ਰੋਪਰਲੀ ਕਰ ਸਕਦੇ ਹਾਂ ਵਿਦਆਊਟ ਕਿਸੇ ਜ਼ਿਆਦਾ ਖਰਚੇ ਤੋਂ। ਔਰ ਜਿੱਥੋਂ ਤੱਕ ਮੈਡੀਸਿਨ ਦਾ ਸਵਾਲ ਹੈ, ਅਗਰ ਤੁਸੀਂ
ਮੈਡੀਸਿਨਸ ਦੇ ਵਿੱਚ ਆਪਣੀ ਸਕਿਪ ਨਹੀਂ ਕਰੋਗੇ, ਆਪਣੀ ਛੱਡੋਗੇ ਨਹੀਂ ਮੈਡੀਸਿਨ, ਤਾਂ ਲਗਭਗ 10 ਤੋਂ 20 ਸਾਲ ਤੱਕ ਤੁਸੀਂ ਬਹੁਤ ਹੀ ਘੱਟ ਮੈਡੀਸਿਨ ਦੇ ਉੱਤੇ ਸ਼ੂਗਰ ਨੂੰ ਕੰਟਰੋਲ ਕਰ ਸਕਦੇ ਹੋ। ਪ੍ਰੋਬਲਮ ਉਦੋਂ ਹੁੰਦੀ ਹੈ ਜਦੋਂ ਤੁਸੀਂ ਇਹਨਾਂ ਸਾਰੀ ਚੀਜ਼ਾਂ ਨੂੰ ਫੋਲੋ ਨਹੀਂ ਕਰਦੇ ਜਾਂ ਫਿਰ ਆਪਣੇ ਡਾਕਟਰ ਦੀ ਜਿਹੜਾ ਐਡਵਾਈਸ ਹੁੰਦੀ ਹੈ ਉਸ ਨੂੰ ਲਾਈਟਲੀ ਲੈਂਦੇ ਹੋ। ਉਹਨਾਂ ਕੰਡੀਸ਼ਨਸ ਦੇ ਵਿੱਚ ਫਿਰ ਜਿਹੜਾ ਇਲਾਜ ਹੈ ਅੱਗੇ ਜਾ ਕੇ ਮਹਿੰਗਾ ਹੁੰਦਾ ਚਲਾ ਜਾਂਦਾ ਹੈ। ਡਾਕਟਰ ਅਤੁਲ, ਤੁਹਾਡਾ ਕੀ ਮੰਨਣਾ ਹੈ ਕਿ ਕੀ ਡਾਇਬਟੀਜ਼ ਦੇ ਮਰੀਜ਼ ਆਪਣੇ ਖਾਣੇ ਦੇ ਸ਼ੌਕ ਨੂੰ ਪੂਰਾ ਨਹੀਂ ਕਰ ਸਕਦੇ? किस तरह वो डायबिटिक होने के बावजूद भी अपनी डाइट को इंजॉय कर सकते हैं? देखिए, ये बहुत ही कॉमन क्वेश्चन है जो पेशेंट्स हमसे पूछते हैं ओपीडी में कि डॉक्टर साहब हमें डायबिटीज है और काफी लोगों से हमने सुना है कि हम फ्रूट नहीं खा सकते, हम चावल नहीं खा सकते, हम रोटी नहीं खा सकते। ऐसा नहीं है, ये बहुत ही बड़ा मिथ है। देखिए, डायबिटीज के पेशेंट सब कुछ खा सकते हैं, खाली उनको अपना कार्बोहाइड्रेट इनटेक मॉनिटर करना है, यानी कि एक लिमिट तक ही वो कार्ब्स कंज्यूम कर सकते हैं। हम ऐसे जनरली बोलते हैं कि 40 to 50% कैलोरीज हमारी कार्बोहाइड्रेट से आनी चाहिए। तो सेम डायबिटीज के लिए भी वैलिड होता है। अगर हम फ्रूट्स की बात करें स्पेसिफिकली, तो दे कैन हैव एनी फ्रूट्स व्हाट दे वांट, बट स्पेसिफिकली कुछ एक फ्रूट्स हैं जैसे कि खजूर हो गया, जैसे कि वाटरमेलन हो गया, तरबूज हो गया, तो वहाँ पे थोड़ा शुगर की क्वांटिटी उन फ्रूट्स में ज्यादा होती है, तो वहाँ पे हम उनको 1 या 2 स्लाइस ही खाने को बोलते हैं, या खजूर के 1-2 पीस मैक्सिमम पूरे दिन में खा सकते हैं। लेकिन जो और फ्रूट्स हैं जिनका की ग्लाइसेमिक इंडेक्स भी बहुत कम है और बहुत हेल्दी न्यूट्रिएंट का सोर्स भी है वो फ्रूट्स, तो वो 2 फ्रूट्स डेली कंज्यूम कर सकते हैं। सिमिलरली राइस के लिए जहां तक बात है, राइस में भी 1 फिस्टफुल या 1.5 फिस्टफुल ऑफ राइस डेली डायबिटीज के पेशेंट कंज्यूम कर सकते हैं। 2 चपाती डेली वो कंज्यूम कर सकते हैं एवरेज में, सुबह, दोपहर और शाम के टाइम में। कार्बोहाइड्रेट इसके अलावा अगर कोई मीठी चीज उनको खाने का मन कर रहा है, जिसको कि हम बोलते हैं कि हमारे गुलाब जामुन खाने का मन कर रहा है या कोई स्वीट खाने का मन कर रहा है, तो अगर आप स्वीट खा रहे हैं खाना खाने के बाद, तो उसमें आपको अपने खाने की क्वांटिटी उसमें कम कर देनी होगी और उसके साथ एक गुलाब जामुन आप कंज्यूम कर सकते हैं। फॉर एग्जांपल, अगर आप 2 चपाती खाते हैं तो उस दिन आप, जिस दिन गुलाब जामुन खाना है, तो आप 1 चपाती कंज्यूम कीजिए और 1 गुलाब जामुन भी कंज्यूम कर सकते हैं उसके साथ। तो ये है कि कार्बोहाइड्रेट की क्वांटिटी हमेशा मैटर करती है। किसी भी चीज की क्वांटिटी डायबिटीज के पेशेंट में मैटर करती है। इट इज नॉट अबाउट द टाइप ऑफ फूड, इट इज द क्वांटिटी ऑफ फूड दैट मैटर्स द मोस्ट। डॉक्टर चरणदीप, डाइट की गल नूं अगे वधाइए ਤਾਂ ਕਿ ਅਸੀਂ ਡਾਇਬਟਿਕ ਪੇਸ਼ੈਂਟ ਦੀ ਡਾਈਟ ਨੂੰ ਕਸਟਮਾਈਜ਼ ਕਰ ਸਕਦੇ ਹਾਂ ਉਹਨਾਂ ਦੀ ਕਲਚਰਲ ਪ੍ਰੈਕਟਿਸਿਸ ਦੇ ਹਿਸਾਬ ਦੇ ਨਾਲ? ਬਿਲਕੁਲ ਜੀ, ਇਹ ਤਾਂ ਬਹੁਤ ਹੀ ਜ਼ਰੂਰੀ ਚੀਜ਼ ਹੈ, ਬਲਕਿ ਕਿ ਪੇਸ਼ੈਂਟ ਦੀ ਜਿਹੜੀ ਡਾਈਟ ਹੈ ਉਹ ਉਹਦੇ ਕਲਚਰ ਪ੍ਰੈਕਟਿਸਿਸ ਨੂੰ ਸੂਟ ਕਰਨੀ ਚਾਹੀਦੀ ਹੈ। ਉਹਨੂੰ ਇਸ ਤਰ੍ਹਾਂ ਦੀ ਡਾਈਟ ਨਹੀਂ ਦੱਸਣੀ ਚਾਹੀਦੀ ਜੋ ਉਹਨੂੰ ਪ੍ਰੈਕਟੀਕਲੀ ਉਹ ਲੈ ਹੀ ਨਾ ਸਕੇ। तो जो भी डाइट उस जिस भी रीजन का पेशेंट है, चाहे वो पंजाब का है, चाहे वो पंजाब के तो इलावा किसी होर स्टेट का है या किसी होर कंट्री का है, तो वो डाइट उसी तरह की डाइट उसनूं मिलनी चाहिए है जो उसनूं वो आसानी नाल अफोर्ड कर सके और आसानी दे नाल उहनूं उस रीजन च मिल सके। बस ध्यान रखने वाली योग गल यही हुंदी है कि उहदे खाने दे विच कार्बोहाइड्रेट, फैट ते प्रोटीन की मात्रा किन्नी है। आम तौर पर असीं चाहते हैं कि पेशेंट ਜਿਹੜੇ ਹੈਲਦੀ ਫੈਟਸ ਹੈ ਉਹ ਲਵੇ, ਜਿਹਦੇ ਵਿੱਚ ਕਿ ਸੈਚੂਰੇਟਡ ਫੈਟਸ ਉਹਨੇ ਅਵੋਇਡ ਕਰਨੇ ਹੁੰਦੇ ਆ। ਸੈਚੂਰੇਟਡ ਫੈਟ ਦਾ ਮਤਲਬ ਹੋ ਗਿਆ ਜਿਵੇਂ ਦੇਸੀ ਘੀ ਹੋ ਗਿਆ ਜਾਂ ਫਿਰ ਬਟਰ ਹੋ ਗਿਆ, ਉਹਨੂੰ ਮੋਡਰੇਸ਼ਨ 'ਚ ਲੈਣਾ ਹੈ, ਘੱਟ ਕੁਆਂਟੀਟੀ 'ਚ ਲੈਣਾ ਹੈ। ਉਸੇ ਤਰ੍ਹਾਂ ਜਿਹੜੇ ਕਾਰਬੋਹਾਈਡਰੇਟ ਨੇ ਉਹ ਪਿਓਰਲੀ ਸਿੰਪਲ ਕਾਰਬੋਹਾਈਡਰੇਟ ਜਿਹਨੂੰ ਅਸੀਂ ਕਹਿੰਦੇ ਜਿਹੜੇ ਸ਼ੂਗਰ ਇੱਕਦਮ ਦੇਣੇ ਉੱਪਰ ਚੱਕ ਦਿੰਦੇ ਆ, ਉਹਨਾਂ ਨੂੰ ਅਵੋਇਡ ਕਰਨਾ ਹੁੰਦਾ। ਉਹਦੀ ਜਗ੍ਹਾ ਦੇ ਉੱਤੇ ਉਹਨਾਂ ਨੂੰ ਕੰਪਲੈਕਸ ਕਾਰਬੋਹਾਈਡਰੇਟ ਲੈਣੇ ਹੁੰਦੇ ਆ ਜਿਨ੍ਹਾਂ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਵੇ। ਤੇ ਉਸੇ ਤਰੀਕੇ ਨਾਲ ਜਿਹੜਾ ਪ੍ਰੋਟੀਨ ਹੈ ਉਹਦੀ ਕੁਆਂਟੀਟੀ ਵੀ ਲਗਭਗ ਟੋਟਲ ਕੈਲਰੀ ਦਾ ਅਰਾਊਂਡ 20% ਜਿਹੜਾ ਹੈਗਾ ਉਹ ਉਹਨੂੰ ਪ੍ਰੋਟੀਨ ਦੇ ਤੌਰ ਤੇ ਲੈਣਾ ਹੁੰਦਾ। ਅਲਟੀਮੇਟਲੀ ਸਾਨੂੰ ਇੱਕ ਬੈਲੈਂਸਡ ਡਾਈਟ ਬਣਾਉਣੀ ਹੁੰਦੀ ਹੈ ਜਿਹਦੇ ਵਿੱਚ ਕਿ ਭਰਪੂਰ ਮਾਤਰਾ ਦੇ ਵਿੱਚ ਫਾਈਬਰ ਹੋਵੇ, ਭਰਪੂਰ ਮਾਤਰਾ 'ਚ ਉਹਨੂੰ ਪ੍ਰੋਟੀਨ ਮਿਲੇ, ਉਹਨੂੰ ਕੈਲਸ਼ੀਅਮ ਮਿਲੇ, ਤਾਂ ਕਿ ਉਹਦੀ ਜਿਹੜੀ ਸਰੀਰ ਦੀਆਂ ਹਰ ਅੰਗ ਦੀ ਜ਼ਰੂਰਤਾਂ ਨੇ ਉਹ ਪੂਰੀਆਂ ਕੀਤੀਆਂ ਜਾ ਸਕਣ। ਇਹ ਬਿਲਕੁਲ ਪੋਸੀਬਲ ਹੈ ਕਿ ਤੁਸੀਂ ਪੇਸ਼ੈਂਟ ਦੀ ਉਸ ਰੀਜਨ ਦੀ ਉਹਦੀ ਡਾਈਟ ਨੂੰ ਧਿਆਨ ਰੱਖਦੇ ਹੋਏ, ਉਹਦੀ ਕਲਚਰਲ ਜਿਹੜੀ ਉਹਦੀ ਪ੍ਰੈਕਟਿਸਿਸ ਨੇ ਉਹਨੂੰ ਧਿਆਨ ਰੱਖਦੇ ਹੋਏ ਇੱਕ ਸਸਤੀ ਡਾਈਟ ਦੇ ਥਰੂ ਵੀ ਉਹਨੂੰ ਉਹਦੀ ਬਾਡੀ ਦੀ ਇੱਕ ਬੈਲੈਂਸ ਡਾਈਟ ਉਹਨੂੰ ਪ੍ਰੋਵਾਈਡ ਕਰ ਸਕਦੇ ਹੋ। ਡਾਕਟਰ ਅਤੁਲ, ਫੈਮਿਲੀ ਅਤੇ ਕਮਿਊਨਿਟੀ ਸਪੋਰਟ ਡਾਇਬਟੀਜ਼ ਦੇ ਪੇਸ਼ੈਂਟ ਨੂੰ ਠੀਕ ਹੋਣ ਦੇ ਵਿੱਚ ਕਿੰਨਾ ਮਦਦਗਾਰ ਸਾਬਤ ਹੁੰਦਾ ਹੈ? ये बहुत ही इम्पोर्टेंट क्वेश्चन है बिकॉज खाली एक इंडिविजुअल के लेवल के अगर मैं बात करूं कि डायबिटीज का होल मैनेजमेंट एक इंडिविजुअल कर ले, वो पॉसिबल नहीं है। बिकॉज अगर हम टाइप 1 डायबिटीज की बात करते हैं, मोस्ट ऑफ देम आर यंग किड्स, सो उसमें फैमिली का सपोर्ट बहुत इंपॉर्टेंट रहता है। कैसे इंसुलिन देनी है, कब इंसुलिन देनी है, अगर बच्चे को शुगर डाउन हो रहा है तो वो मॉनिटर कर रहे हैं कि नहीं। फैमिली को एक इमोशनल सपोर्ट भी देना होता है, एक
सोशल जिसको हम सपोर्ट बोलते हैं सिस्टम, वो एक होना चाहिए, स्पेशली टाइप 1 डायबिटीज के केस में। टाइप 2 डायबिटीज में भी ये लागू होता है, स्पेशली अगर किसी पेशेंट को कॉम्प्लिकेशंस डेवलप हो गई हैं, तो उस केस में फैमिली का सपोर्ट बहुत जरूरी है, कम्युनिटी का सपोर्ट एज अ होल होना बहुत जरूरी है। क्योंकि कॉम्प्लिकेशन अब एक डायबिटीज के पेशेंट में हो जाती है, तो उसमें काफी ज्यादा मल्टी सिस्टम हमें इन्वॉल्वमेंट रखनी पड़ती है, उसमें हर किसी का सपोर्ट इंपॉर्टेंट होता है। फैमिली का सपोर्ट उस रिगार्डिंग भी इंपॉर्टेंट है कि अगर हम सोश इकोनॉमिकली बात करें, तो डायबिटीज का ट्रीटमेंट एक बहुत ही चीप ट्रीटमेंट नहीं है। इसमें काफी इन्वेस्टिगेशंस, काफी बार शुगर मॉनिटरिंग हम लोगों को करनी पड़ती है, और इन सब में पैसा लगता है। तो इसके लिए फैमिली का सपोर्ट बहुत जरूरी है। अगर फैमिली का सपोर्ट सिस्टम नहीं होगा, तो शुगर मॉनिटरिंग ढंग से नहीं हो पाएगी। अगर किसी पेशेंट को इंसुलिन चल रहा है, तो वो इंसुलिन अपना मिस कर देंगे इस चक्कर में कि उनको इंसुलिन दोबारा खरीदना पड़ेगा, और उसमें उनकी काफी कॉस्ट लगेगी। तो इसलिए फैमिली का सपोर्ट सिस्टम होना बहुत जरूरी है। सोशो इकोनॉमिकली भी हमें सोसाइटी को ये एजुकेट करना बहुत इंपॉर्टेंट है कि डायबिटीज एक ऐसी स्टिग्मा वाली बीमारी नहीं है, एक बहुत ही कॉमन बीमारी है, और इसका ऐसा कुछ नहीं है कि एक बार डायबिटीज होगी तो लाइफ खत्म होगी। जब सोसाइटी में अवेयरनेस फैलेगी, तो सोसाइटी भी इस चीज को जल्दी एक्सेप्ट करने लग जाएगी कि डायबिटीज इज जस्ट अ नॉर्मल थिंग, वी हैव टू ट्रीट इट। तो जब ये चीज सोसाइटी में आएगा, तो उससे जो डायबिटीज वाले पेशेंट्स हैं, वो भी काफी कंफर्टेबल महसूस करेंगे, स्पेशली टाइप 1 डायबिटीज वाले पेशेंट्स, जिनको कि काफी बार अपने वर्क प्लेस में या स्कूल्स में स्टिग्मा का सामना करना पड़ता है कि उनको डायबिटीज है, और उनको अलग नहीं फील कराना है। सोसाइटी का यही रोल होना चाहिए, पेरेंट्स का यही रोल होना चाहिए, या फैमिली का ये रोल होना चाहिए कि डायबिटीज के पेशेंट को कभी भी अलग फील नहीं कराना है। दे आर जस्ट लाइक नॉर्मल पॉपुलेशन, दे हैव टू बी ट्रीटेड वेल in order to avoid developing the complications later on. ਡਾਕਟਰ ਚਰਨਦੀਪ, ਡਾਇਬਟੀਜ਼ ਪੇਸ਼ੈਂਟ ਦੇ ਲਈ ਸੈਲਫ ਮੈਨੇਜਮੈਂਟ ਬੇहद ਜ਼ਰੂਰੀ ਹੈ। ਇਹ ਮਿਥ ਹੈ ਜਾਂ ਫੈਕਟ ਹੈ ਕਿ ਇਸ ਨੂੰ ਸਪੈਸੀਫਿਕ ਟੂਲਸ ਅਤੇ ਰਿਸੋਰਸਿਸ ਹੈ ਜਿਨ੍ਹਾਂ ਦੀ ਰეკਮੈਂਡੇਸ਼ਨ ਦੇ ਨਾਲ ਪੇਸ਼ੈਂਟ ਦੀ ਕੰਡੀਸ਼ਨ ਬਿਹਤਰ ਕੀਤੀ ਜਾ ਸਕਦੀ ਹੈ? ਬਿਲਕੁਲ ਇਹ ਸੱਚ ਹੈ ਕਿ ਸੈਲਫ ਮੈਨੇਜਮੈਂਟ ਡਾਇਬੀਟੀਜ਼ ਦਾ ਪੇਸ਼ੈਂਟ ਨੂੰ ਸਿਖਾਇਆ ਜਾਣਾ ਚਾਹੀਦਾ ਹੈ, ਪਰ ਇੰਪੋਰਟੈਂਟ ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਉਹ ਕਿੰਨਾ ਰਿਸੋਰਸਿਸ ਨੂੰ ਯੂਜ਼ ਕਰਦਾ ਹੈ, ਉਹ ਐਜੂਕੇਸ਼ਨ ਪ੍ਰਾਪਤ ਕਰਨ ਲਈ ਕਿਹੜੀਆਂ ਚੀਜ਼ਾਂ ਤੋਂ ਉਹ ਐਜੂਕੇਸ਼ਨ ਪ੍ਰਾਪਤ ਕਰ ਰਿਹਾ। ਸਭ ਤੋਂ ਵਧੀਆ ਐਜੂਕੇਸ਼ਨ ਦਾ ਸੋਰਸ ਤਾਂ ਉਸਦਾ ਡਾਕਟਰ ਜਿਸ ਕਲੀਨਿਕ 'ਚੋਂ ਜਾ ਰਿਹਾ ਉੱਥੋਂ ਉਹਨੂੰ ਮਿਲੇਗਾ। ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੇ ਆਥੈਂਟਿਕ ਸੋਰਸਿਸ, ਭਰੋਸੇਮੰਦ ਸੋਰਸਿਸ ਅਵੇਲੇਬਲ ਨੇ ਨੈੱਟ ਦੇ ਉੱਤੇ, ਜਾਂ ਸੰਸਥਾਵਾਂ ਨੇ ਜਿਹੜੀਆਂ ਸ਼ੂਗਰ ਦੇ ਰਿਗਾਰਡਿੰਗ ਮਰੀਜ਼ ਨੂੰ ਅਵੇਅਰ ਕਰਦੀਆਂ ਨੇ। ਸੋ ਸ਼ੂਗਰ ਦੀ ਅਵੇਅਰਨੈਸ ਦੇ ਵਿੱਚ ਪੇਸ਼ੈਂਟ ਦੇਖੋ ਸਾਡੇ ਕੋਲ ਆਉਂਦਾ ਸਿਰਫ 10 ਜਾਂ 15 ਮਿੰਟ ਦੇ ਲਈ ਹੀ ਆਉਂਦਾ, ਉਸ ਤੋਂ ਬਾਅਦ ਜਿਹੜਾ ਉਹਨੂੰ ਐਡਵਾਈਸ ਮਿਲਦੀ ਹੈ ਉਸਨੂੰ ਫੋਲੋ ਕਰਨਾ ਪੇਸ਼ੈਂਟ ਦੀ, ਜਾਂ ਫਿਰ ਉਹਦਾ ਜਿਹੜਾ ਕੇਅਰ ਟੇਕਰ ਹੁੰਦਾ ਜਿਹੜਾ ਉਹਨੂੰ ਦੇਖਦਾ ਹੈ ਉਸ ਦੀ ਜ਼ਿੰਮੇਵਾਰੀ ਹੋ ਜਾਂਦੀ ਹੈ। ਸੋ ਉਹਦੇ ਵਿੱਚ ਡਾਈਟ ਐਕਸਰਸਾਈਜ਼ ਦੇ ਬਾਰੇ ਤਾਂ ਆਪਾਂ ਗੱਲ ਕਰ ਹੀ ਚੁੱਕੇ ਹਾਂ। ਬਾਕੀ ਉਹਨੂੰ ਕਈ ਵਾਰ ਸੈਲਫ ਮੋਨੀਟਰਿੰਗ ਆਫ ਬਲੱਡ ਗਲੂਕੋਜ਼, ਆਪਣੇ ਆਪ ਘਰੇ ਸ਼ੂਗਰ ਚੈੱਕ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਉਹਨੂੰ ਸਟ੍ਰੈਸ ਮੈਨੇਜਮੈਂਟ, ਸਲੀਪ ਦੇ ਰਿਗਾਰਡਿੰਗ ਉਹਨੂੰ ਪ੍ਰੋਪਰ 7 ਘੰਟੇ ਦੀ ਸਲੀਪ ਲੈਣੀ ਚਾਹੀਦੀ ਹੈ, ਨੀਂਦ ਲੈਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਹਨੂੰ ਸਮੋਕਿੰਗ ਜਿਹੜੀ ਹੈ ਅਗਰ ਕੋਈ ਕਰ ਰਿਹਾ ਤਾਂ ਉਹਨੂੰ ਛੱਡ ਦੇਣੀ ਚਾਹੀਦੀ ਹੈ। ਸੋ ਇਹ ਸਾਰੇ ਸਟੈਪਸ ਪੇਸ਼ੈਂਟ ਦੀ ਜ਼ਿੰਮੇਵਾਰੀ ਹੀ ਹੋ ਜਾਂਦੇ ਨੇ। ਤਾਂ ਪੇਸ਼ੈਂਟ ਨੂੰ ਸਿਰਫ ਡਾਕਟਰ ਉਸ 'ਚ ਹੈਲਪ ਕਰ ਸਕਦਾ, ਉਹਨੂੰ ਐਡਵਾਈਸ ਕਰ ਸਕਦਾ, ਪਰ ਅਲਟੀਮੇਟਲੀ ਜਿਹੜਾ ਐਗਜ਼ੀਕਿਊਸ਼ਨ ਦਾ ਪਾਰਟ ਹੈ ਉਹ ਪੇਸ਼ੈਂਟ ਨੂੰ ਹੀ ਕਰਨਾ ਪੈਂਦਾ। ਤਾਂ ਪੇਸ਼ੈਂਟ ਨੂੰ ਸੈਲਫ ਮੈਨੇਜਮੈਂਟ ਲਈ ਐਜੂਕੇਟ ਕਰਨਾ ਬਹੁਤ ਜ਼ਰੂਰੀ ਹੈ। ਜਿੱਥੋਂ ਤੱਕ ਇੰਡੀਆ ਦਾ ਸਵਾਲ ਹੈ, ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਸੰਸਥਾਵਾਂ ਨੇ, ਜਿਵੇਂ RSSDI ਹੈ, ਉਸੇ ਤਰੀਕੇ ਨਾਲ ਐਂਡੋਕਰਾਈਨ ਸੁਸਾਇਟੀ ਆਫ ਇੰਡੀਆ ਹੈ। ਇਹਨਾਂ ਦੇ ਫੇਸਬੁੱਕ ਪੇਜਿਸ ਜਾਂ YouTube ਪੇਜਿਸ ਨੇ ਜਿੱਥੇ ਤੁਹਾਨੂੰ ਕੁਆਲੀਫਾਈਡ ਡਾਕਟਰਸ ਦੇ ਵੀਡੀਓਜ਼ ਮਿਲਣਗੇ ਜਿਹੜੇ ਤੁਹਾਨੂੰ ਦੱਸਣਗੇ ਕਿ ਕੀ ਸਟੈਪਸ ਲੈਣੇ ਚਾਹੀਦੇ ਹੈ। ਤੁਸੀਂ ਉੱਥੇ ਜਾ ਸਕਦੇ ਹੋ। ਇਸ ਤੋਂ ਇਲਾਵਾ ਬਹੁਤ ਸਾਰੀ ਐਪਲੀਕੇਸ਼ਨਸ ਅਵੇਲੇਬਲ ਨੇ ਜਿਹਦੇ ਵਿੱਚ ਤੁਸੀਂ ਆਪਣੀ ਕੈਲਰੀ ਕਾਊਂਟ ਕਰ ਸਕਦੇ ਹੋ, ਨੰਬਰ ਆਫ ਸਟੈਪਸ ਜਾਂ ਕਿੰਨੇ ਤੁਸੀਂ ਕੈਲਰੀ ਬਰਨ ਕੀਤੇ ਨੇ ਉਹ ਕਾਊਂਟ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਇੰਟਰਨੈਸ਼ਨਲੀ ਦੇਖਿਆ ਜਾਵੇ ਤਾਂ ਅਮਰੀਕਨ ਡਾਇਬਟਿਕ ਐਸੋਸੀਏਸ਼ਨ, ਇਸ ਤੋਂ ਇਲਾਵਾ WHO ਦਾ ਡਾਇਬਟੀਜ਼ ਦਾ ਪੇਜ ਹੈ। ਇਸੇ ਤਰੀਕੇ ਨਾਲ ਇੰਟਰਨੈਸ਼ਨਲ ਡਾਇਬਟੀਜ਼ ਫੈਡਰੇਸ਼ਨ ਦੀ ਵੈਬਸਾਈਟਸ ਨੇ। ਇੱਥੇ ਤੁਹਾਨੂੰ ਬਹੁਤ ਹੀ ਚੰਗੀ ਜਾਣਕਾਰੀ ਇੱਕ ਚੰਗੇ ਕੁਆਲੀਫਾਈਡ ਡਾਕਟਰ ਤੋਂ ਮਿਲੇਗੀ। ਔਰ ਕੋਸ਼ਿਸ਼ ਕਰੋ ਕਿ ਤੁਹਾਨੂੰ ਪਤਾ ਹੋਵੇ ਕਿ ਜਾਣਕਾਰੀ ਕਿਸ ਪਰਸਨ ਤੋਂ ਲੈ ਰਹੇ ਹੋ ਤੁਸੀਂ। ਔਰ ਮੈਜੋਰਿਟੀ ਆਫ ਜਿਹੜੇ ਵੀਡੀਓਜ਼, YouTube ਵੀਡੀਓਜ਼ ਜਿਹੜੇ
ਅਨਕੁਆਲੀਫਾਈਡ ਪਰਸਨਸ ਦੀਆਂ ਪਈਆਂ ਹੋਈਆਂ ਨੇ, ਉਹਨਾਂ ਨੂੰ ਤੁਹਾਨੂੰ ਅਵੋਇਡ ਕਰ ਦੇਣਾ ਚਾਹੀਦਾ ਹੈ। ਤਾਂ ਡਾਇਬਟੀਜ਼ ਦੀ ਖਾਸ ਚਰਚਾ ਦੇ ਲਈ ਸਾਰੇ ਹੀ ਡਾਕਟਰਸ ਦਾ ਬਹੁਤ-ਬਹੁਤ ਧੰਨਵਾਦ। ਹਰ ਬਿਮਾਰੀ ਦੇ ਇਲਾਜ ਦੀ ਸ਼ੁਰੂਆਤ ਸਹੀ ਜਾਣਕਾਰੀ ਦੇ ਨਾਲ ਹੁੰਦੀ ਹੈ। ਡਾਇਬਟੀਜ਼ ਦੇ ਨਾਲ ਜੁੜੀਆਂ ਕਈ ਅਹਿਮ ਜਾਣਕਾਰੀਆਂ ਅਸੀਂ ਆਪਣੇ ਦਰਸ਼ਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਉਮੀਦ ਹੈ ਕਿ ਸਾਰਿਆਂ ਨੂੰ ਡਾਕਟਰਸ ਦੇ ਵੱਲੋਂ ਦਿੱਤੇ ਗਏ ਲੱਛਣਾਂ ਨੂੰ ਪਹਿਚਾਣ ਸਕੋਗੇ ਤੁਸੀਂ ਔਰ ਆਪਣਾ ਖਿਆਲ ਰੱਖ ਸਕੋਗੇ ਤਾਂ ਜੋ ਡਾਇਬਟੀਜ਼ ਦੇ ਮਾਮਲਿਆਂ ਦੇ ਵਿੱਚ ਕਮੀ ਆ ਸਕੇ। ਸਾਨੂੰ ਉਮੀਦ ਹੈ ਕਿ ਸਾਡੇ ਇਸ ਖਾਸ ਸ਼ੋਅ ਦੇ ਜ਼ਰੀਏ ਡਾਇਬਟੀਜ਼ ਦੇ ਨਾਲ ਜੁੜੇ ਹਰ ਸਵਾਲ ਦਾ ਜਵਾਬ ਤੁਹਾਨੂੰ ਮਿਲਿਆ ਹੋਵੇਗਾ। ਇਸ ਖਾਸ ਸ਼ੋਅ ਦੇ ਵਿੱਚ ਇੰਨਾ ਹੀ। ਧੰਨਵਾਦ।